Hello everyone, welcome to Victor's Knowledge. This is Chinu Sharma. So ਜਿਹੜਾ ਅੱਜ ਦਾ lecture ਹੈ, this is part 3 from our important ongoing series on previous year sub-inspector question papers. So ਅੱਜ ਆਪਾਂ 17 ਅਗਸਤ 2021 ਦਾ ਜਿਹੜਾ second shift ਦਾ paper ਹੋਇਆ ਸੀ, ਉਹਦੇ ਪਹਿਲੇ 55 question ਕਰਾਂਗੇ. So now let's get started. ਸਭ ਤੋਂ ਪਹਿਲਾ ਕੁਐਸਚਨ ਹੈ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਕਿਸੇ ਵੀ ਏਰੀਆ ਨੂੰ ਸ਼ੈਡਿਊਲਡ ਏਰੀਆ ਡਿਕਲੇਅਰ ਕਰਨ ਦੀ ਪਾਵਰ ਕਿਹਦੇ ਕੋਲ ਆ ਸੋ ਇਹ ਪਾਵਰ ਹੈ ਦੇਸ਼ ਦੇ ਰਾਸ਼ਟਰਪਤੀ ਦੇ ਕੋਲ ਪ੍ਰੈਜ਼ੀਡੈਂਟ ਆਪਸ਼ਨ 2 ਤੇ ਇਸ ਚੀਜ਼ ਦੀ ਗੱਲ ਹੁੰਦੀ ਹੈ ਜਿਹੜਾ ਪੰਜਵਾਂ ਸ਼ੈਡਿਊਲ ਹੈ ਸੰਵਿਧਾਨ ਦਾ ਉਹਦੇ ਅੰਦਰ ਜਦੋਂ ਆਪਾਂ ਆਰਟੀਕਲ 244 ਇੱਕ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਸ਼ੈਡਿਊਲਡ ਏਰੀਆ ਇੱਕ ਅਜਿਹਾ ਏਰੀਆ ਹੈ ਜਿਹਨੂੰ ਰਾਸ਼ਟਰਪਤੀ ਕਦੇ ਵੀ ਆਰਡਰ ਦੇ ਕੇ ਉਸ ਸਟੇਟ ਦੀ ਜਿਹੜੀ ਸਟੇਟ ਦੇ ਅੰਦਰ ਤੁਸੀਂ ਕਿਸੇ ਏਰੀਆ ਨੂੰ ਸ਼ੈਡਿਊਲ ਏਰੀਆ ਡਿਕਲੇਅਰ ਕਰਨ ਜਾ ਰਹੇ ਹੋ ਰਾਸ਼ਟਰਪਤੀ ਉਸ ਸਟੇਟ ਦੇ ਗਵਰਨਰ ਦੇ ਨਾਲ ਸਲਾਹ ਕਰਨ ਤੋਂ ਬਾਅਦ ਕੰਸਲਟੇਸ਼ਨ ਤੋਂ ਬਾਅਦ ਡਿਕਲੇਅਰ ਕਰ ਸਕਦੇ ਨੇ ਕਿਸੇ ਵੀ ਏਰੀਆ ਨੂੰ ਸ਼ੈਡਿਊਲਡ ਏਰੀਆ ਸੋ ਤੁਸੀਂ ਇਸ ਕੁਐਸਚਨ ਦੇ ਨਾਲ ਦੋ ਇੰਪੋਰਟੈਂਟ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਵੀ ਯਾਦ ਰੱਖਣੀਆਂ ਨੇ ਪੰਜਵਾਂ ਸ਼ੈਡਿਊਲ ਆਰਟੀਕਲ 244(1) ਅਗਲਾ ਕੁਐਸਚਨ ਹੈ ਲੋਕਲ ਸੈਲਫ ਗਵਰਨਮੈਂਟ ਦਾ ਇੱਕ ਕਮੇਟੀ ਅਪਾਇੰਟ ਕੀਤੀ ਸੀ 1977 ਵਿੱਚ ਜਿਹਦਾ ਮੇਨ ਕੰਮ ਸੀ ਇਹ ਦੇਖਣਾ ਕਿ ਪੰਚਾਇਤੀ ਰਾਜ ਕਿਵੇਂ ਕੰਮ ਕਰ ਰਿਹਾ ਉਹਦੀ ਵਰਕਿੰਗ ਨੂੰ ਰਿਵਿਊ ਕਰਨਾ ਸੋ 1977 ਵਾਲੀ ਇਸ ਕਮੇਟੀ ਦੇ ਚੇਅਰਮੈਨ ਕੌਣ ਸੀ ਸੋ ਇਸ ਕਮੇਟੀ ਦੇ ਚੇਅਰਮੈਨ ਸੀ ਅਸ਼ੋਕ ਮਹਿਤਾ ਆਪਸ਼ਨ 1 ਅਗਲਾ ਕੁਐਸਚਨ ਲੀਗਲ ਰੀਜ਼ਨਿੰਗ ਦਾ ਹੈ employment of children for begging is punishable with under the Juvenile Justice Care and Protection of Children Act 2015 ਸੋ ਜਿਹੜਾ 2015 ਦਾ JJ ਐਕਟ ਹੈ ਇਹਦੇ ਅੰਦਰ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਕਿਸੇ ਵੀ ਬੱਚੇ ਤੋਂ ਭੀਖ ਨਹੀਂ ਮੰਗਵਾ ਸਕਦੇ ਜੇ ਕੋਈ ਮੰਗਵਾਉਂਦਾ ਤਾਂ ਉਹਨੂੰ ਸਜ਼ਾ ਕਿੰਨੀ ਮਿਲੂ ਸੋ ਸਜ਼ਾ ਮਿਲੂਗੀ 5 ਸਾਲ ਤੱਕ ਦੀ ਜੇਲ੍ਹ ਨਾਲ ਹੀ ਫਾਈਨ 1 ਲੱਖ ਰੁਪਏ ਦਾ ਤੇ ਇਸ ਪਨਿਸ਼ਮੈਂਟ ਦੀ ਗੱਲ ਹੁੰਦੀ ਹੈ ਸੈਕਸ਼ਨ 76 ਵਿੱਚ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ ਸੈਕਸ਼ਨ 76 ਇਸ 2015 ਦੇ ਜੁਵੈਨਾਈਲ ਜਸਟਿਸ ਐਕਟ ਦਾ ਅਗਲਾ ਕੁਐਸਚਨ ਹੈ ਜਿਨਸੀ ਪਰੇਸ਼ਾਨੀ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਰੱਖਿਆ ਐਕਟ 2012 ਦੀ ਧਾਰਾ 11 ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ ਹੈ ਇਹ ਇਹਨਾਂ ਵਿੱਚੋਂ ਕਿਸ ਨੂੰ ਸ਼ਾਮਿਲ ਨਹੀਂ ਕਰਦਾ ਜਿਨਸੀ ਪਰੇਸ਼ਾਨੀ sexual harassment so ਇਹ ਮੂਰੇ ਮੈਂ ਰਾਈਟ ਸਾਈਡ ਤੇ ਪੂਰਾ ਦਾ ਪੂਰਾ ਸੈਕਸ਼ਨ ਤੁਹਾਡੇ ਸਾਹਮਣੇ ਮੈਂਸ਼ਨ ਕਰਤਾ ਸੋ ਦੈਟ ਤੁਸੀਂ ਇਹਨੂੰ ਇੱਕ ਵਾਰੀ ਪੜ੍ਹ ਸਕੋ ਤੇ ਜੇ ਫਿਊਚਰ ਵਿੱਚ ਕੋਈ ਇਹਦੇ ਨਾਲ ਰਿਲੇਟਡ ਦੁਬਾਰਾ ਤੋਂ ਕੁਐਸਚਨ ਆਉਂਦਾ ਤਾਂ ਤੁਹਾਨੂੰ ਉਹਦੇ ਬਾਰੇ ਪੂਰੀ ਡੀਟੇਲ ਜਾਣਕਾਰੀ ਹੋਣੀ ਚਾਹੀਦੀ ਹੈ ਸੋ ਸੈਕਸ਼ਨ 11 ਹੈ ਜਿਹੜੀ ਉਹਦੇ ਅੰਦਰ ਸੈਕਸ਼ੂਅਲ ਹਰੈਸਮੈਂਟ ਦੀ ਗੱਲ ਹੋ ਰਹੀ ਹੈ ਤੇ ਇਹ ਐਕਟ ਹੈ ਪ੍ਰੀਵੈਂਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਆਫੈਂਸਿਸ ਐਕਟ 2012 ਇਸ ਐਕਟ ਦਾ ਪੂਰਾ ਤੁਹਾਨੂੰ ਨਾਮ ਵੀ ਪਤਾ ਹੋਣਾ ਚਾਹੀਦਾ ਸ਼ਾਰਟ ਵਿੱਚ ਇਹਨੂੰ ਪੌਕਸੋ ਐਕਟ ਕਿਹਾ ਜਾਂਦਾ ਸੋ ਇਹਦੇ ਅਨੁਸਾਰ ਜਿਹੜੀ ਚੀਜ਼ ਅਪਰਾਧ ਨਹੀਂ ਹੈ ਉਹ ਹੈ ਆਪਸ਼ਨ 2 ਬੱਚੇ ਨੂੰ ਦੇਹ ਵਪਾਰ ਵਿੱਚ ਸ਼ਾਮਿਲ ਕਰਨਾ ਪ੍ਰੋਸਟੀਟਿਊਸ਼ਨ ਇਹਦੀ ਉਰੇ ਗੱਲ ਨਹੀਂ ਹੋ ਰਹੀ ਇਹਦੇ ਲਈ ਅਲੱਗ ਤੋਂ ਐਕਟ ਹੈ ਬਾਕੀ ਜਿਹੜੀਆਂ ਤਿੰਨ ਹੋਰ ਆਪਸ਼ਨਸ ਨੇ ਇਹ ਤਿੰਨੋਂ ਇਸ ਸੈਕਸ਼ਨ 11 ਦੇ ਅੰਦਰ ਸੈਕਸ਼ੂਅਲ ਹਰਾਸਮੈਂਟ ਮੰਨੀਆਂ ਜਾਣਗੀਆਂ ਅਗਲਾ ਕੁਐਸਚਨ ਹੈ AIFI ਦੀ ਫੁੱਲ ਫਾਰਮ ਸੋ AIFI ਇੱਕ ਸੈਂਟਰਲ ਲੈਵਲ ਦਾ ਇੰਸਟੀਟਿਊਸ਼ਨ ਆ ਤੇ ਇਹਦੀ ਫੁੱਲ ਫਾਰਮ ਹੈ ਆਪਸ਼ਨ 3 ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਅਕੋਰਡਿੰਗ ਟੂ ਇੰਡੀਅਨ ਕਨਸਟੀਟਿਊਸ਼ਨ ਵਿਚ ਪੇਅਰ ਆਫ ਆਰਟੀਕਲ ਇਜ਼ ਨਾਟ ਕਰੈਕਟ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੇ ਆਰਟੀਕਲ ਗਲਤ ਲਿਖਿਆ ਹੋਇਆ ਹੈ ਸੋ ਉਹ ਹੈ ਆਪਸ਼ਨ 3 141 ਦੀ ਆਪਸ਼ਨ ਕਹਿ ਰਹੀ ਹੈ ਕਿ ਆਰਟੀਕਲ 141 ਗੱਲ ਕਰਦਾ ਕਨਫਰਮੈਂਟ ਔਨ ਸੁਪਰੀਮ ਕੋਰਟ ਆਫ ਪਾਵਰ ਟੂ ਇਸ਼ੂ ਸਰਟਨ ਰਿਟ ਜਿਹੜੀ ਸੁਪਰੀਮ ਕੋਰਟ ਇਸ਼ੂ ਕਰਦੀ ਹੈ ਉਹਦੀ ਪਾਵਰ ਹੈ ਆਰਟੀਕਲ 32 ਦੇ ਅੰਦਰ ਤੇ ਹਾਈ ਕੋਰਟ ਦੀ ਰਿਟ ਦੀ ਹੈ ਆਰਟੀਕਲ 226 ਸੋ ਉਰੇ 141 ਹੈ ਜਿਹੜਾ ਇਹ ਰਿਟ ਦੀ ਗੱਲ ਨਹੀਂ ਕਰਦਾ 141 ਕਹਿੰਦਾ ਕੋਈ ਵੀ ਲਾਅ ਸੁਪਰੀਮ ਕੋਰਟ ਨੇ ਜਿਹੜਾ ਡਿਕਲੇਅਰ ਕਰਤਾ ਹਰ ਕੋਰਟ ਨੂੰ ਮੰਨਣਾ ਪਊਗਾ law declared by Supreme Court to be binding on all courts ਇਹ ਇੰਪੋਰਟੈਂਟ ਪਾਵਰ ਦੀ ਗੱਲ ਹੋ ਰਹੀ ਹੈ 141 ਦੇ ਅੰਦਰ ਸੋ ਉਰੇ ਗਲਤ ਹੋ ਗਿਆ ਆਪਸ਼ਨ 3 ਅਗਲੀ ਕੋਟੇਸ਼ਨ ਹੈ ਇਹ ਕੋਟੇਸ਼ਨ ਦੀ ਲਾਈਨ ਕਿਨੇ ਗਈ ਹੈ who holds the purse holds the power ਜਿਹਦੇ ਕੋਲ ਪੈਸਾ ਹੈ ਉਹਦੇ ਕੋਲ ਹੀ ਸਾਰੀ ਪਾਵਰ ਹੈ ਸੋ ਇਹ ਗੱਲ ਕਹਿ ਰਿਹਾ ਹੈ ਜੇਮਸ ਮੈਡੀਸਨ ਆਪਸ਼ਨ 1 ਅੱਠਵਾਂ ਕੁਐਸਚਨ ਵਿਜੇਦਨ ਦੇਥਾ is the famous folklorist of which of the following state so A ਨੇ ਰਾਜਸਥਾਨ ਦੇ ਨਾਲ ਰਿਲੇਟਡ ਆਪਸ਼ਨ 4
Abbas Khan Sarwani was a historian of A historian ਸੀ ਸ਼ੇਰ ਸ਼ਾਹ ਸੂਰੀ ਦੇ empire ਦੇ time option 2 next ਇੱਕ scheme ਹੈ one nation one ombudsman scheme ਇਹਦੇ ਨਾਲ ਰਿਲੇਟਡ ਦੋ ਸਟੇਟਮੈਂਟ ਨੇ ਆਪਾਂ ਨੇ ਦੱਸਣਾ ਹੈ ਕਿ ਕਿਹੜੀ ਸਟੇਟਮੈਂਟ ਸਹੀ ਹੈ ਇਹਨਾਂ ਦੋਨਾਂ ਵਿੱਚੋਂ ਸਿਰਫ ਪਹਿਲੀ ਸਟੇਟਮੈਂਟ ਸਹੀ ਹੈ ਜਿਹੜੀ ਕਹਿ ਰਹੀ ਹੈ ਇਟ ਇਜ਼ ਅ ਕੰਜ਼ਿਊਮਰ ਗ੍ਰੀਵੈਂਸ ਰਿਡਰੈਸ ਸਕੀਮ ਕੰਜ਼ਿਊਮਰ ਨੂੰ ਜੋ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਇਹਦੇ ਤੇ ਹੈਂਡਲ ਕੀਤਾ ਜਾਂਦਾ ਅਗਲੀ ਸਟੇਟਮੈਂਟ ਗਲਤ ਹੈ ਅਗਲੀ ਸਟੇਟਮੈਂਟ ਕਹਿ ਰਹੀ ਹੈ this scheme was announced by Central Board of Indirect Taxes and Custom ਇਹ ਬਿਲਕੁਲ ਗਲਤ ਹੈ ਕਿਉਂਕਿ ਇਸ ਸਕੀਮ ਨੂੰ ਸਟਾਰਟ ਕੀਤਾ ਸੀ ਪ੍ਰਪੋਜ਼ ਕੀਤਾ ਸੀ RBI ਨੇ the apex topmost central bank of India Reserve Bank of India ਸੋ ਇਹ RBI ਦੀ ਸਕੀਮ ਹੈ ਇਹ Central Board of Indirect Tax ਦੀ ਸਕੀਮ ਨਹੀਂ ਹੈ ਇਸ ਲਈ ਉਹਦਾ ਰਾਈਟ ਆਨਸਰ ਹੋ ਜਾਂਦਾ ਆਪਸ਼ਨ 2 ਓਨਲੀ 1 ਅਗਲਾ ਬਹੁਤ ਹੀ ਬੇਸਿਕ ਕੁਐਸਚਨ ਹੈ ਜਿਹੜਾ ਹਰ ਪੇਪਰ 'ਚ ਰਿਪੀਟ ਹੁੰਦਾ ਹੈ ਸੋ ਇਹ ਕੁਐਸਚਨ ਹੋ ਗਿਆ ਜਾਂ ਜਿਹੜਾ ਫਰਸਟ ਸ਼ਿਫਟ ਦੇ ਅੰਦਰ ਇੱਕ ਕੁਐਸਚਨ ਆਇਆ ਸੀ CRR ਕੈਸ਼ ਰਿਜ਼ਰਵ ਰੇਸ਼ੀਓ ਦੇ ਨਾਲ ਰਿਲੇਟਡ ਸੋ ਇਸ ਟਾਈਪ ਦੇ ਕੁਐਸਚਨ ਤੁਸੀਂ ਜਨਰਲੀ ਐਕਸਪੈਕਟ ਕਰ ਸਕਦੇ ਹੋ ਤੇ ਇਹ ਟੌਪਿਕ ਕਦੇ ਵੀ ਮਿਸ ਕਰਨ ਵਾਲੇ ਨਹੀਂ ਹੁੰਦੇ ਜਦੋਂ ਵੀ ਤੁਸੀਂ ਇਕਨੋਮਿਕਸ ਤਿਆਰ ਕਰਦੇ ਹੋ ਕੁਐਸਚਨ ਹੈ which of these is not a quantitative instrument of monetary policy ਦੋ ਤਰ੍ਹਾਂ ਦੇ ਮੋਨੇਟਰੀ ਪਾਲਿਸੀ ਦੇ ਇੰਸਟਰੂਮੈਂਟ ਹੁੰਦੇ ਨੇ ਕੁਆਂਟੀਟੇਟਿਵ ਕੁਆਲਿਟੇਟਿਵ ਕੁਆਂਟੀਟੇਟਿਵ ਇੰਸਟਰੂਮੈਂਟ ਜਿਹੜਾ ਨਹੀਂ ਹੈ ਉਹ ਹੈ ਆਪਸ਼ਨ 2 ਮੋਰਲ ਸੁਐਜ਼ਨ ਮੋਰਲ ਸੁਐਜ਼ਨ ਦੇ ਵਿੱਚ ਕੀ ਹੁੰਦਾ ਜਦੋਂ ਵੀ ਇਕਨੋਮੀ ਦੇ ਅੰਦਰ ਕੋਈ ਵੀ ਪੈਸੇ ਨੂੰ ਲੈ ਕੇ ਮਨੀ ਦੀ ਸਪਲਾਈ ਨੂੰ ਲੈ ਕੇ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਚਾਹੇ ਕੋਈ ਏਜੰਸੀ ਹੈ ਸੈਂਟਰਲ ਬੈਂਕ ਹੈ ਉਹ ਲੋਕਾਂ ਨੂੰ ਉੱਤੇ ਕੋਈ ਪਾਲਿਸੀ ਨਹੀਂ ਥੋਪਦਾ ਕੋਈ ਸਟ੍ਰਿਕਟ ਐਕਸ਼ਨ ਨਹੀਂ ਲੈਂਦੇ ਲੋਕਾਂ ਨੂੰ ਜਨਰਲੀ ਇੱਕ ਸਲਾਹ ਦਿੰਦੇ ਨੇ ਮੋਰਲੀ ਕਿ ਤੁਸੀਂ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਇਹ ਅਪਰੋਚ ਅਪਣਾਓ ਜੇ ਮਹਿੰਗਾਈ ਵੱਧ ਰਹੀ ਹੈ ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਜੇ ਕਿਸੇ ਚੀਜ਼ ਦੀ ਕਮੀ ਆ ਰਹੀ ਹੈ ਤਾਂ ਤੁਸੀਂ ਇਹਨੂੰ ਪ੍ਰੋਪਰ ਯੂਜ਼ ਕਰੋ ਉਹਦੀ optimum utilization ਕਰੋ ਰਿਸੋਰਸਿਸ ਨੂੰ ਖਰਾਬ ਨਾ ਕਰੋ ਸੋ ਮੋਰਲ ਸੁਐਜ਼ਨ ਦੇ ਅੰਦਰ ਲੋਕਾਂ ਨੂੰ ਜਨਰਲੀ ਪਾਲਿਸੀਆਂ ਦੇ ਥਰੂ ਅਵੇਅਰਨੈਸ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਉਰੇ ਕੋਈ ਸਟ੍ਰਿਕਟ ਅਪਰੋਚ ਲੋਕਾਂ ਦੇ ਲਈ ਥੋਪੀ ਨਹੀਂ ਜਾਂਦੀ ਅਗਲਾ ਕੁਐਸਚਨ ਹੈ ਇੱਕ ਸਿਚੁਏਸ਼ਨ ਹੈ ਆਪਾਂ ਨੇ ਦੱਸਣਾ ਹੈ ਕਿ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਕੀ ਇਹ ਇੱਕ ਲਾਅ ਦੇ ਅੰਤਰਗਤ ਕੋਈ ਕ੍ਰਾਈਮ ਅਪਰਾਧ ਬਣਦਾ ਹੈ ਜਾਂ ਨਹੀਂ ਬਣਦਾ ਸਟੇਟਮੈਂਟ ਹੈ ਇਹ ਕਿਸੇ ਇਮਾਰਤ ਦੇ ਆਊਟਲੈਟ ਤੇ ਹਥਿਆਰਬੰਦ ਆਦਮੀ ਤੈਨਾਤ ਕਰਦਾ ਹੈ ਤੇ Z ਨੂੰ ਦੱਸਦਾ ਹੈ ਕਿ ਉਹ Z ਤੇ ਗੋਲੀਆਂ ਚਲਾ ਦੇਣਗੇ ਜੇਕਰ Z ਨੇ ਇਮਾਰਤ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਸੋ ਮਤਲਬ ਕਿ Z ਨੂੰ ਗਲਤ ਤਰੀਕੇ ਦੇ ਨਾਲ ਇਮਾਰਤ ਦੇ ਅੰਦਰ ਰੱਖਿਆ ਜਾ ਰਿਹਾ ਇਹ ਕਿਸ ਚੀਜ਼ ਦਾ ਦੋਸ਼ੀ ਹੈ ਸੋ ਇਹ ਹੈ ਆਪਸ਼ਨ 2 ਗਲਤ ਤਰੀਕੇ ਨਾਲ ਹਿਰਾਸਤ ਵਿੱਚ ਲੈਣ ਲਈ ਅਗਲਾ ਕੁਐਸਚਨ ਹੈ 1919 ਚ ਇੱਕ ਕਮੇਟੀ ਬਿਠਾਈ ਗਈ ਸੀ ਉਸ ਕਮੇਟੀ ਦਾ ਆਪਾਂ ਨੇ ਨਾਮ ਦੱਸਣਾ ਹੈ ਜਿਹਦਾ ਮੇਨ ਮਕਸਦ ਸੀ ਜੋ ਪੰਜਾਬ ਵਿੱਚ ਉਸ ਸਮੇਂ ਕੁਝ ਇਵੈਂਟਸ ਹੋਏ ਸੀ ਉਹਨਾਂ ਦੇ ਵਿੱਚ ਦੇਖਣਾ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਨੀ ਤੇ ਉਰੇ ਮੇਨ ਇਵੈਂਟ ਸੀ ਜਲਿਆਂਵਾਲਾ ਬਾਗ ਮੈਸੇਕਰ ਸੋ ਇਹ ਕਮੇਟੀ ਸੀ ਆਪਸ਼ਨ 3 ਹੰਟਰ ਕਮੇਟੀ which festival is also known as Iru Thazuvuthal so ਇਹ ਨਾਮ ਹੈ ਜੱਲੀਕੱਟੂ ਦਾ ਆਪਸ਼ਨ 2 ਨੈਕਸਟ ਹੈ ਕਿਹੜਾ ਭਾਰਤੀ ਮੋਨੂਮੈਂਟ ਹੈ ਜਿਹਨੂੰ ਬਹਾਏ ਟੈਂਪਲ ਵੀ ਕਿਹਾ ਜਾਂਦਾ ਹੈ ਸੋ ਇਹ ਹੈ ਲੋਟਸ ਟੈਂਪਲ ਆਪਸ਼ਨ 4 ਇੱਕ ਹੋਰ ਇਹਦੇ ਨਾਲ ਰਿਲੇਟਡ ਫੈਕਟ ਹੈ ਕਿ ਹੈ ਕਿੱਥੇ ਸੋ ਦਿਸ ਇਜ਼ ਲੋਕੇਟਡ ਇਨ ਨਿਊ ਦਿੱਲੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿਲਾ ਮੁਬਾਰਕ ਇੱਕ ਮੋਨੂਮੈਂਟ ਹੈ ਗ੍ਰੇਟ ਹਿਸਟੋਰੀਕਲ ਇੰਪੋਰਟੈਂਸ ਦਾ ਪੰਜਾਬ ਦੀ ਕਿਹੜੀ ਸਿਟੀ ਵਿੱਚ ਹੈ ਸੋ ਇਹ ਹੈ ਬਠਿੰਡਾ ਵਿੱਚ ਹੁਣ ਇਹਦੇ ਨਾਲ ਰਿਲੇਟਡ ਆਪਾਂ ਇੱਕ ਦੋ ਇੰਪੋਰਟੈਂਟ ਹੋਰ ਫੈਕਟ ਦੇਖ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਕਦੋਂ ਇਹਦੀ ਇਸਟੈਬਲਿਸ਼ਮੈਂਟ ਹੋਈ ਦਿਸ ਵਾਸ ਬਿਲਟ ਇਨ ਬਿਟਵੀਨ 90 ਤੋਂ ਲੈ ਕੇ 110 CE ਤੱਕ ਮੰਨਿਆ ਜਾਂਦਾ ਤੇ ਇੱਕ ਹੋਰ ਫੈਕਟ ਮੰਨਿਆ ਜਾਂਦਾ ਕਿ ਇਹ ਭਾਰਤ ਦਾ ਵਨ ਆਫ ਦਾ 올ਡੈਸਟ ਸਰਵਾਈਵਿੰਗ ਫੋਰਟ ਹੈ ਜੋ ਅੱਜ ਤੱਕ ਵੀ ਮੌਜੂਦ ਹੈ ਇੱਕ ਹੋਰ ਇੰਪੋਰਟੈਂਟ ਫੈਕਟ ਮਹਮੂਦ ਆਫ ਗਜ਼ਨੀ ਨੇ ਇਹਨੂੰ ਸੀਜ਼ ਕੀਤਾ ਸੀ 1004 CE ਦੇ ਵਿੱਚ ਜਦੋਂ ਉਹਨੇ ਨਾਰਥ ਇੰਡੀਆ ਦੇ ਅੰਦਰ ਕਨਕੁਐਸਟ ਕੀਤੀ ਸੀ ਸੋ ਇਹ ਦੋ ਤਿੰਨ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣੇ ਆ ਵਨ ਮੋਰ ਥਿੰਗ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਇਹਨੂੰ ਕਿਹਨੇ ਬਣਵਾਇਆ ਸੀ ਕਿਲਾ ਮੁਬਾਰਕ ਬਠਿੰਡਾ ਨੂੰ ਬਣਵਾਇਆ ਸੀ ਰਾਜਾ ਦਾਬ ਤੇ ਇਹ ਕਿਹੜੀ ਡਾਇਨੈਸਟੀ ਨੂੰ ਬਿਲੋਂਗ ਕਰਦੇ ਸੀ ਹੀ ਬਿਲੋਂਗ ਟੂ ਕੁਸ਼ਾਨ ਡਾਇਨੈਸਟੀ ਸੋ ਇੱਕ ਕੁਸ਼ਾਨ ਡਾਇਨੈਸਟੀ ਵੀ ਤੁਸੀਂ ਨਾਮ ਯਾਦ ਰੱਖਣਾ ਹੈ ਅਗਲਾ ਕੁਐਸਚਨ ਲਾਰਜੈਸਟ ਐਲੂਮੀਨੀਅਮ ਪਲਾਂਟ ਭਾਰਤ ਦਾ ਓਡੀਸ਼ਾ ਦੇ ਕਿੱਥੇ ਲੋਕੇਟਡ ਹੈ
So it is located in Koraput, Odisha, option 3. ਸ਼ਹੀਦ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਨੂੰ ਕਿਹੜੇ ਸਾਲ ਦੇ ਵਿੱਚ establish ਕੀਤਾ? So it was formed by Shahid Bhagat Singh in the year 1926, option 1. ਜਿਹੜੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਸੀ ਉਹਦੇ ਵਿੱਚ ਕੁੱਲ ਕਿੰਨੇ ਮੈਂਬਰ ਸੀ? ਕੁੱਲ ਸੀ 7 ਮੈਂਬਰ ਤੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀ? ਡਾਕਟਰ BR ਅੰਬੇਦਕਰ। ਪੰਜਾਬ ਦੇ ਅੰਦਰ ਕੁੱਲ 4.2 ਮਿਲੀਅਨ ਹੈਕਟੇਅਰ ਲੈਂਡ ਹੈ ਜਿਹੜੀ ਕਲਟੀਵੇਬਲ ਹੈ, ਜਿਹਦੇ ਉੱਤੇ ਖੇਤੀ ਕੀਤੀ ਜਾਂਦੀ ਹੈ, which nearly constitute of the net area sown in the India. So total India ਦੇ net sown area ਦਾ 3% ਹਿੱਸਾ ਹੈ ਪੰਜਾਬ ਦਾ cultivable land. Option 3 is the right answer. Descent of Man, Selection in Relation to Sex ਇਹ ਕਿਹਦੀ ਬੁੱਕ ਹੈ? ਇਹ ਬੁੱਕ ਹੈ ਚਾਰਲਸ ਡਾਰਵਿਨ ਦੀ, ਸਾਇੰਸ ਦੇ ਨਾਲ ਰਿਲੇਟਡ ਹੈ, option 4. International Day Against Drug Abuse and Illicit Trafficking ਕਿਸ ਦਿਨ observe ਕੀਤਾ ਜਾਂਦਾ? ਸੋ ਡਰੱਗਸ ਦੇ ਖਿਲਾਫ ਅਵੇਅਰਨੈਸ ਜਾਗਰੂਕਤਾ ਪੈਦਾ ਕਰਨ ਦੇ ਲਈ ਇਸ ਦਿਨ ਨੂੰ observe ਕਰਦੇ ਹਾਂ ਹਰ ਸਾਲ 26 ਜੂਨ ਨੂੰ, option 3. ਸੋ ਜਿਹੜੇ ਵੀ ਇੰਪੋਰਟੈਂਟ ਡੇਜ਼ ਹੁੰਦੇ ਨੇ ਇਹਨਾਂ ਦੇ ਥੀਮ ਵੀ ਆਪਾਂ ਜ਼ਰੂਰ ਕਰਨੇ ਨੇ ਪੇਪਰ ਲਈ। ਸਾਲ 2022 ਦਾ ਥੀਮ ਕੀ ਹੈ? ਇਹ ਡੇ ਹਜੇ ਆਉਣਾ ਪਰ ਇਹਦਾ ਥੀਮ ਆਲਰੇਡੀ ਡਿਕਲੇਅਰ ਹੋ ਚੁੱਕਿਆ ਹੈ। ਸੋ 2022 ਦਾ ਇਸ ਇੰਟਰਨੈਸ਼ਨਲ ਡੇ ਦਾ ਥੀਮ ਹੈ, ਇਹ ਥੀਮ ਤੁਸੀਂ ਨੋਟ ਕਰਨਾ ਹੈ, addressing drug challenges in health and humanitarian crisis. So addressing drug challenges in health and humanitarian crisis theme है International Day Against Drug Abuse and Illicit Trafficking 2022 ਦਾ। अगला क्वेश्चन, an alteration in the nucleotide sequence of genome of an organism, virus या extra chromosomal DNA ਕੀ ਕਿਹਾ ਜਾਂਦਾ ਹੈ? ਜਦੋਂ ਕਿਸੇ ਵੀ ਆਰਗੇਨਿਜ਼ਮ, ਵਾਇਰਸ ਜਾਂ ਕਿਸੇ ਵੀ ਐਕਸਟਰਾ ਕ੍ਰੋਮੋਸੋਮਲ DNA ਦਾ ਜਿਹੜਾ ਨਿਊਕਲੀਓਟਾਈਡ ਸੀਕੁਐਂਸ ਹੈ ਉਹਨੂੰ ਬਦਲਿਆ ਜਾਂਦਾ ਹੈ, ਉਹਦੇ ਅੰਦਰ ਕੋਈ ਚੇਂਜ ਆ ਜਾਂਦੀ ਹੈ, ਕਿਸੇ ਵਾਇਰਸ ਦੀ ਕੋਈ ਫਾਰਮੇਸ਼ਨ ਚੇਂਜ ਹੋ ਗਈ, ਸੋ ਉਹਨੂੰ ਕਿਹਾ ਜਾਂਦਾ ਹੈ ਮੁਟੇਸ਼ਨ, option 1. ਜੇ ਆਪਾਂ ਆਮ ਭਾਸ਼ਾ 'ਚ ਗੱਲ ਕਰੀਏ, ਪੰਜਾਬੀ 'ਚ ਗੱਲ ਕਰੀਏ ਤਾਂ ਮੁਟੇਸ਼ਨ ਦਾ ਮਤਲਬ ਹੁੰਦਾ ਹੈ ਪਰਿਵਰਤਨ। Which of the following is not a reason for revision of industrial policy of 1957? Very important and basic question from Indian economy. So ਜਿਹੜਾ ਕਾਰਨ ਨਹੀਂ ਹੈ 1956 ਦੀ ਇੰਡਸਟਰੀਅਲ ਪਾਲਿਸੀ ਨੂੰ ਰਿਵਾਈਜ਼ ਕਰਨ ਦਾ, ਉਹ ਹੈ option 3. To reduce the scope for expansion of the private sector significantly. ਬਿਲਕੁਲ opposite ਲਿਖਿਆ ਹੋਇਆ ਹੈ, ਇੰਡਸਟਰੀਅਲ ਪਾਲਿਸੀ ਨੂੰ ਲਿਬਰਲਾਈਜ਼ ਕੀਤਾ ਸੀ, ਆਪਾਂ ਨੂੰ ਪਤਾ ਹੈ 1991 ਦੀਆਂ ਇਕਨੋਮਿਕ ਰਿਫਾਰਮਸ ਤੋਂ ਬਾਅਦ ਮੇਨ ਮਕਸਦ ਹੀ ਇਹ ਸੀ ਪਾਲਿਸੀ ਨੂੰ ਰਿਵਾਈਜ਼ ਕਰਨ ਦਾ ਕਿ ਪ੍ਰਾਈਵੇਟ ਦੀ ਐਂਟਰੀ ਹੋ ਸਕੇ, ਪ੍ਰਾਈਵੇਟਾਈਜੇਸ਼ਨ ਨੂੰ ਐਕਸਪੈਂਡ ਕੀਤਾ ਜਾ ਸਕੇ। 25ਵਾਂ ਕੁਐਸਚਨ ਹੈ, ਵਰਲਡ ਹੈਰੀਟੇਜ ਸਾਈਟ ਆਫ ਅਜੰਤਾ ਐਂਡ ਇਲੋਰਾ ਕੇਵ, ਕੋਵਿਡ-19 ਪੈਂਡੈਮਿਕ ਦੇ ਦੌਰਾਨ ਇਹਨਾਂ ਨੂੰ ਬੰਦ ਰੱਖਿਆ ਗਿਆ, ਇਹ ਕੇਵਸ ਕਿੱਥੇ ਸਿਚੁਏਟਡ ਹੈ? ਸੋ these caves are situated in Aurangabad, option 3. Who became the first Indian women cricketer? ਪਹਿਲੀ ਮਹਿਲਾ ਭਾਰਤੀ ਕ੍ਰਿਕਟਰ ਜਿਨ੍ਹਾਂ ਨੇ ਇੰਟਰਨੈਸ਼ਨਲ 10,000 ਰਨ ਕ੍ਰਿਕਟ ਵਿੱਚ ਸਕੋਰ ਕੀਤੇ ਨੇ, ਸੋ ਇਹ ਨੇ ਮਿਥਾਲੀ ਰਾਜ, option 3. ਚਾਈਨਾ ਨੇ ਆਪਣੇ ਪਹਿਲੇ ਮਾਰਸ ਰੋਵਰ ਦਾ ਨਾਮ ਕੀ ਰੱਖਿਆ? ਸੋ ਇਹਦਾ ਨਾਮ ਹੈ ਜ਼ੁਰੋਂਗ, option 4. Which of the following country has become the world's first country to attach facial verification in National Identification Database? ਇਹ ਸਟਾਰਟ ਕੀਤਾ ਹੈ ਸਿੰਗਾਪੁਰ ਨੇ, option 1. ਇੱਕ ਕਰੰਟ ਅਫੇਅਰ ਬੇਸਡ ਕੁਐਸਚਨ ਹੈ। ਦੁਨੀਆ ਦੀ ਸਭ ਤੋਂ ਡੀਪੈਸਟ ਮਾਈਨ ਕਿਹੜੀ ਹੈ? ਜੀਓਗ੍ਰਾਫੀ ਦਾ ਸਟੈਟਿਕ ਕੁਐਸਚਨ ਹੈ, ਵਰਲਡ ਜੀਓਗ੍ਰਾਫੀ ਦਾ। ਸੋ ਇਹ ਹੈ ਪੋਨੈਂਗ ਗੋਲਡ ਮਾਈਨ, ਕਿੱਥੇ ਸਿਚੁਏਟਡ ਹੈ? ਸੋ ਪੋਨੈਂਗ ਗੋਲਡ ਮਾਈਨ ਸਿਚੁਏਟਡ ਹੈ ਕਾਰਲੇਟਨਵਿਲੇ, ਸਾਊਥ ਅਫਰੀਕਾ। ਇਹ ਜਗ੍ਹਾ ਦਾ ਨਾਮ ਵੀ ਤੁਸੀਂ ਯਾਦ ਰੱਖਣਾ ਹੈ। Which of the following organization has released Food Waste Index Report 2021? ਕੋਈ ਵੀ ਪੇਪਰ ਹੈ ਕਰੰਟ ਅਫੇਅਰ ਚੋਂ, ਰੈਂਕ ਇੰਡੈਕਸ, ਇਹਦੇ ਵਿੱਚੋਂ ਤਾਂ ਡੈਫੀਨੇਟਲੀ ਕੁਐਸਚਨ ਆਉਣਾ ਹੀ ਆਉਣਾ ਹੁੰਦਾ। ਸੋ ਇਸ ਰਿਪੋਰਟ ਨੂੰ ਰਿਲੀਜ਼ ਕੀਤਾ ਸੀ ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ ਨੇ, option 2. ਅਗਲਾ ਕੁਐਸਚਨ ਹੈ ਲੀਗਲ ਰੀਜ਼ਨਿੰਗ ਦਾ, ਕਰੰਟ ਬੇਸਡ ਹੈ।
ਹੇਠ ਲਿਖੇ ਹਾਲ ਹੀ ਦੇ ਮਹੱਤਵਪੂਰਨ ਫੈਸਲਿਆਂ ਵਿੱਚੋਂ ਕਿਸ ਵਿੱਚ ਸੁਪਰੀਮ ਕੋਰਟ ਨੇ ਇਹ ਸਿੱਟਾ ਕੱਢਿਆ ਸੀ ਕਿ ਅਨੁਛੇਦ 30 ਦੇ ਤਹਿਤ ਆਰਟੀਕਲ 30 ਪਰਿਭਾਸ਼ਿਤ ਅਧਿਕਾਰ ਪੂਰਨ ਨਹੀਂ ਹਨ ਅਤੇ ਰਾਜ ਦੇ ਸਰਕਾਰੀ ਨਿਯਮ ਜਿਹੜੇ ਸਟੇਟ ਦੇ ਆਪਣੇ ਰੈਗੂਲੇਸ਼ਨਸ ਹੁੰਦੇ ਨੇ ਅਨੁਸਾਰ ਇਸਤੇਮਾਲ ਕੀਤੇ ਜਾ ਸਕਦੇ ਹਨ। ਸੋ ਇਹ ਕੇਸ ਸੀ ਆਪਸ਼ਨ 3 ਕ੍ਰਿਸਚੀਅਨ ਮੈਡੀਕਲ ਕਾਲਜ ਵਿਲੋਰ ਐਸੋਸੀਏਸ਼ਨ ਵਰਸਸ ਯੂਨੀਅਨ ਆਫ ਇੰਡੀਆ 2020 ਦਾ ਸੁਪਰੀਮ ਕੋਰਟ ਦੀ ਲੈਂਡਮਾਰਕ ਜਜਮੈਂਟ ਸੀ। ਇਹਦੇ ਵਿੱਚ ਕਿਹਾ ਸੀ ਕਿ ਜਿਹੜੇ ਨੀਟ ਮੈਡੀਕਲ ਦੇ ਲਈ ਇੱਕ ਐਂਟਰੈਂਸ ਐਗਜ਼ਾਮ ਹੁੰਦਾ ਨੀਟ ਦੀ ਐਡਮਿਸ਼ਨ ਹਰ ਮੈਡੀਕਲ ਇੰਸਟੀਟਿਊਸ਼ਨ ਦੇ ਲਈ ਲਾਜ਼ਮੀ ਹੈ। ਇਹ ਨਹੀਂ ਕਿ ਕੋਈ ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨ ਹੈ ਉਹ ਕਹੇ ਕਿ ਅਸੀਂ ਨੀਟ ਤੋਂ ਬਿਨਾਂ ਹੀ ਐਡਮਿਸ਼ਨ ਦਵਾਂਗੇ, ਇਹ ਚੀਜ਼ ਪੋਸੀਬਲ ਨਹੀਂ ਹੈ। ਸੋ ਇਸ ਲੈਂਡਮਾਰਕ ਜਜਮੈਂਟ ਵਿੱਚ ਕਿਹਾ ਸੀ ਨੀਟ ਵਿਲ ਬੀ ਐਪਲੀਕੇਬਲ ਟੂ ਆਲ ਮੈਡੀਕਲ ਇੰਸਟੀਟਿਊਸ਼ਨ ਫॉर ਐਡਮਿਸ਼ਨ ਨਾਟ ਇਨ ਵਾਇਓਲੇਸ਼ਨ ਕਿਸੇ ਵੀ ਮਾਈਨੋਰਿਟੀ ਰਾਈਟਸ ਜਾਂ ਫੰਡਾਮੈਂਟਲ ਰਾਈਟ ਆਰਟੀਕਲ 30 ਦੀ ਵਾਇਓਲੇਸ਼ਨ ਨਹੀਂ ਕਰ ਰਿਹਾ। ਇਹ ਇੰਪੋਰਟੈਂਟ ਲੈਂਡਮਾਰਕ ਜਜਮੈਂਟ ਦਿੱਤੀ ਸੀ। ਅਗਲਾ ਕੁਐਸਚਨ ਪੰਜਾਬ ਜੀਕੇ ਦਾ ਪੈਪਸੂ ਲੈਜਿਸਲੇਟਿਵ ਅਸੈਂਬਲੀ ਡਿਸੋਲਵ ਕੀਤੀ ਗਈ ਸੀ ਕਿਹੜੇ ਰਾਸ਼ਟਰਪਤੀ ਦੇ ਰਾਜ ਦੇ ਦੌਰਾਨ? ਸੋ ਉਹ ਸੀ ਡਾਕਟਰ ਰਾਜਿੰਦਰ ਪ੍ਰਸਾਦ ਆਪਸ਼ਨ 3। ਬਿਸ਼ਨੋਈ ਕਮਿਊਨਿਟੀ ਇਨੀਸ਼ੀਏਟਿਵ ਟੂ ਪ੍ਰੋਟੈਕਟ ਐਂਡੇਂਜਰਡ ਬਲੈਕ ਬਕ ਸਪੀਸੀਜ਼ ਕਿਹੜੀ ਪੰਜਾਬ ਦੀ ਵਾਈਲਡ ਲਾਈਫ ਰਿਜ਼ਰਵ ਨਾਲ ਰਿਲੇਟਡ ਹੈ? ਬਿਸ਼ਨੋਈ ਕਮੇਟੀ ਹੈ ਅਬੋਹਰ ਵਾਈਲਡ ਲਾਈਫ ਸੈਂਚੁਰੀ ਦੇ ਆਲੇ ਦੁਆਲੇ ਕਾਫੀ ਜ਼ਿਆਦਾ ਇਹਨਾਂ ਦਾ ਬੇਸ ਹੈ। ਸੋ ਟਾਈਮ ਟੂ ਟਾਈਮ ਬਹੁਤ ਸਾਰੇ ਇਹਨਾਂ ਦੇ ਰੌਲੇ ਵੀ ਉੱਥੇ ਆਉਂਦੇ ਰਹਿੰਦੇ ਨੇ, ਨਿਊਜ਼ ਵਿੱਚ ਬਹੁਤ ਵਾਰੀ ਆਉਂਦਾ, ਹੋਰ ਵੀ ਬਹੁਤ ਸਾਰੇ ਇਹਨਾਂ ਦੇ ਲੈਂਡ ਵਗੈਰਾ ਨਾਲ ਵੀ ਇਸ਼ੂਜ਼ ਰਹਿੰਦੇ ਨੇ। ਸੋ ਰੀਸੈਂਟਲੀ ਪਿਛਲੇ ਸਾਲ ਬਲੈਕ ਬਕ ਸਪੀਸੀਜ਼ ਐਂਡੇਂਜਰਡ ਬਲੈਕ ਬਕ ਸਪੀਸੀਜ਼ ਨੂੰ ਲੈ ਕੇ ਇੱਕ ਇਹਨਾਂ ਨੇ ਇਨੀਸ਼ੀਏਟਿਵ ਸਟਾਰਟ ਕੀਤਾ ਸੀ ਕਿ ਇਹਨੂੰ ਪ੍ਰੋਟੈਕਟ ਕਰਨਾ। ਸੋ ਇਹ ਇਨੀਸ਼ੀਏਟਿਵ ਰਿਲੇਟਡ ਹੈ ਅਬੋਹਰ ਵਾਈਲਡ ਲਾਈਫ ਸੈਂਚੁਰੀ ਦੇ ਨਾਲ ਆਪਸ਼ਨ 1। ਭਾਰਤ ਦੇ ਸੰਵਿਧਾਨ ਦਾ ਕਿਹੜਾ ਸ਼ਡਿਊਲ ਹੈ ਜਿਹੜਾ ਯੂਨੀਅਨ ਤੇ ਸਟੇਟ ਦੀ ਪਾਵਰ ਨੂੰ ਪ੍ਰੋਪਰਲੀ ਡਿਵਾਈਡ ਕਰਦਾ ਲੈਜਿਸਲੇਟਿਵ ਲਾਅ ਮੇਕਿੰਗ ਪਾਵਰ ਨੂੰ? ਸੋ ਇਹ ਹੈ ਸ਼ਡਿਊਲ 7 ਜਿਹਦੇ ਅੰਦਰ 3 ਲਿਸਟਾਂ ਨੇ ਯੂਨੀਅਨ ਸਟੇਟ ਕੰਕਰੈਸਟ ਯੂਨੀਅਨ ਕਿਹੜੇ-ਕਿਹੜੇ ਏਰੀਆਜ਼ ਦੇ ਉੱਤੇ ਕਿਹੜੇ-ਕਿਹੜੇ ਸਬਜੈਕਟ ਉੱਤੇ ਲਾਅ ਬਣਾ ਸਕਦੀ ਹੈ, ਸਟੇਟ ਕਿੱਥੇ ਬਣਾ ਸਕਦੀ ਹੈ, ਲੈਜਿਸਲੇਟਿਵ ਪਾਵਰ ਨੂੰ ਪੂਰੀ ਕਲੀਅਰਲੀ ਡਿਵਾਈਡ ਕੀਤਾ ਹੈ 7ਵੇਂ ਸ਼ਡਿਊਲ ਨੇ। ਅਗਲਾ ਕੁਐਸਚਨ ਪੋਲਿਟੀ ਦਾ ਹੀ ਹੈ ਕਿਹੜਾ ਆਰਟੀਕਲ ਹੈ ਭਾਰਤ ਦੇ ਸੰਵਿਧਾਨ ਦਾ ਜਿਹੜਾ ਪੰਚਾਇਤ ਦੀ ਡਿਊਰੇਸ਼ਨ ਦੀ ਗੱਲ ਕਰਦਾ? ਇੱਕ ਵਾਰੀ ਜਦੋਂ ਪੰਚਾਇਤ ਦੀ ਇਲੈਕਸ਼ਨ ਹੋਗੀ ਤਾਂ 5 ਸਾਲਾਂ ਤੱਕ ਕੰਮ ਕਰਦੀ ਹੈ। ਸੋ ਇਹਦੀ ਗੱਲ ਹੁੰਦੀ ਹੈ 243 ਈ ਦੇ ਅੰਦਰ ਆਪਸ਼ਨ 3। 39th question Thoda is a dash dance performed by the Rajputs in the district of Sirmaur, Shimla, Solon of HP। सो किस टाइप ਦਾ डांस है? एक वॉरियर डांस फॉर्म है ऑप्शन 3। एक और चीज पिछे शायद मैं 33 ਤੋਂ ਲੈ ਕੇ 35 ਤੱਕ ਕੁਐਸਚਨ ਮਿਸ ਕੀਤੇ ਨੇ ਕਿਉਂਕਿ ਜਿਹੜੀ ਮੇਰੇ ਕੋਲ ਪੀਡੀਐਫ ਕੰਪਾਈਲੇਸ਼ਨ ਹੈ ਪ੍ਰੀਵੀਅਸ ਈਅਰ ਐਗਜ਼ਾਮੀਨੇਸ਼ਨ ਦੀ ਉਹਦੇ ਵਿੱਚੋਂ ਕੁਐਸਚਨ ਨਹੀਂ ਸੀ। ਸੋ ਜੇ ਕਿਸੇ ਸਟੂਡੈਂਟ ਨੇ ਇਸ ਸ਼ਿਫਟ ਦਾ ਪੇਪਰ ਦਿੱਤਾ ਹੈ ਤੇ ਉਹਦੇ ਕੋਲ ਕੁਐਸਚਨਸ ਅਵੇਲੇਬਲ ਨੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਫਿਰ ਮੈਨੂੰ ਮੇਲ ਕਰਕੇ ਉਹ 33 ਤੋਂ 35 ਕੁਐਸਚਨ ਜ਼ਰੂਰ ਭੇਜ ਦਿਓ। 40th question Amindivi Islands are a part of which union territory? A part है लक्षद्वीप ਦੇ option 3। 41ਵਾਂ ਕੁਐਸਚਨ ਹੈ ਮੱਧਕਾਲੀਨ ਭਾਰਤ ਵਿੱਚ ਜਾਗੀਰਦਾਰੀ ਸਮਾਜ ਦੇ ਵਾਧੇ ਦਾ ਕੀ ਪ੍ਰਭਾਵ ਸੀ? ਜਾਗੀਰਦਾਰੀ ਸਿਸਟਮ ਨਾਲ ਕੀ ਸੀ ਜਿਹੜੀ ਸੈਲਫ ਗਵਰਨਮੈਂਟ ਦਾ ਸਿਸਟਮ ਸੀ ਪਿੰਡਾਂ ਦੇ ਵਿੱਚ ਉਹ ਬਹੁਤ ਸਟਰੋਂਗ ਹੋ ਗਿਆ ਸੀ। ਸੋ ਇਸ ਦੇ ਨਾਲ ਪਿੰਡ ਦੀ ਸਵੈ ਸਰਕਾਰ ਨੂੰ ਮਜ਼ਬੂਤ ਕੀਤਾ ਆਪਸ਼ਨ 2। ਪਹਿਲਾ ਸ਼ਹਿਰ ਨਾਰਥ ਇੰਡੀਆ ਦਾ to list its municipal corporation bond on Bombay Stock Exchange ਕਿਹੜਾ ਸੀ? So A ਸੀ ਲਖਨਊ option 2। Which among the following novel was written by Nanak Singh? Very important and basic question from Punjab literature। So novel ਜਿਹੜਾ ਨਾਨਕ ਸਿੰਘ ਜੀ ਦੇ ਦੁਆਰਾ ਲਿਖਿਆ ਹੋਇਆ ਪਵਿੱਤਰ ਪਾਪੀ option 1। ਸਯਦਰੀ ਇੱਕ ਨਾਰਥ ਸਾਊਥ ਚੇਨ ਹੈ ਮਾਊਂਟੇਨ ਦੀ ਹਿਲ ਦੀ ਭਾਰਤ ਦੇ ਅੰਦਰ that mark the western edge of Deccan Plateau region ਕੀ ਕਿਹਾ ਜਾਂਦਾ ਇਹਨੂੰ? ਸੋ ਇਹਨੂੰ ਕਿਹਾ ਜਾਂਦਾ ਹੈ Western Ghats option 2। ਸੰਵਿਧਾਨ ਦੇ ਅਨੁਸਾਰ ਟੋਟਲ ਮੈਕਸਿਮਮ ਕਿੰਨੇ ਜੱਜ ਨੇ ਸੁਪਰੀਮ ਕੋਰਟ ਵਿੱਚ ਚੀਫ ਜਸਟਿਸ ਤੋਂ ਇਲਾਵਾ? ਸੋ ਇਹ ਕੁਐਸਚਨ ਹੈ ਰਿਲੇਟਡ ਟੂ ਜਦੋਂ ਕਨਸਟੀਟਿਊਸ਼ਨ ਤਿਆਰ ਕੀਤਾ ਗਿਆ ਸੀ original provision। ਸੋ originally ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਟੋਟਲ 8 ਜੱਜ ਹੋਣਗੇ ਜਿਹਦੇ ਵਿੱਚੋਂ 7 ਜੱਜਿਸ ਤੇ ਇੱਕ ਚੀਫ ਜਸਟਿਸ। ਸੋ ਕੁਐਸਚਨ ਹੈ ਕਿ ਚੀਫ ਜਸਟਿਸ ਤੋਂ ਇਲਾਵਾ ਸੋ ਕਿੰਨੇ ਹੋ ਗਏ? 7 ਆਪਸ਼ਨ 3। ਇੱਕ ਹੋਰ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਟਾਈਮ ਟੂ ਟਾਈਮ
ਜ਼ਰੂਰਤ ਦੇਖਦੇ ਹੋਏ ਕ੍ਰਾਈਮ ਵੱਧ ਗਏ, ਜੱਜਿਸ ਦੀ ਜ਼ਰੂਰਤ ਜ਼ਿਆਦਾ ਹੋ ਗਈ, ਇਸ ਨੰਬਰ ਨੂੰ ਇਨਕਰੀਜ਼ ਕੀਤਾ ਗਿਆ। ਸੋ ਇਸ ਟਾਈਮ ਕਰੰਟਲੀ ਜੇ ਆਪਾਂ ਗੱਲ ਕਰੀਏ ਤਾਂ ਟੋਟਲ 34 ਜੱਜਿਸ ਨੇ ਸੁਪਰੀਮ ਕੋਰਟ ਵਿੱਚ, ਇਹ ਨੰਬਰ ਵੀ ਤੁਸੀਂ ਯਾਦ ਰੱਖਣਾ। ਨੈਕਸਟ ਹੈ ਸਾਇੰਸ ਨਾਲ ਰਿਲੇਟਡ ਇਨਵੈਂਸ਼ਨ ਡਿਸਕਵਰੀ ਦਾ ਸਟੈਟਿਕ ਕੁਐਸਚਨ ਹੈ। ਰੋਬਰਟ ਐਂਗਸ ਸਮਿਥ, ਇਹਨਾਂ ਨੇ ਇਹਨਾਂ ਚਾਰਾਂ ਵਿੱਚੋਂ ਕਿਹੜੀ ਟਰਮ ਕੁਆਇਨ ਕੀਤੀ? ਸੋ ਹੀ ਕੁਆਇਨਡ ਐਸਿਡ ਰੇਨ ਟਰਮ, ਆਪਸ਼ਨ 1। In which of the following recent landmark judgment, again legal reasoning ਜੋ ਕੇਸ ਪੁੱਛਿਆ ਹੋਇਆ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਵੀ ਅਕੰਪਲਿਸ ਜੋ ਇੱਕ ਅਪਰਾਧ ਕਰ ਰਿਹਾ, ਮੇਨ ਉਹਦਾ ਸਾਥੀ ਹੈ, ਉਹਨੇ ਕੋਈ ਟੈਸਟੀਮਨੀ ਦਿੱਤੀ, ਕੁਝ ਉਹਨੇ ਦੱਸਿਆ, ਕੁਝ ਬੋਲਿਆ, ਕੋਈ ਕਬੂਲਨਾਮਾ ਕੀਤਾ, ਜੋ ਅਨਕੋਰੋਬੋਰੇਟਡ ਹੈ, ਤਾਂ ਉਹ ਕਨਵਿਕਸ਼ਨ ਦਾ ਬੇਸ ਨਹੀਂ ਬਣ ਸਕਦਾ। ਅਨਕੋਰੋਬੋਰੇਟਡ ਦਾ ਮਤਲਬ ਹੈ ਜੇ ਉਹ ਕਨਫਰਮ ਨਹੀਂ ਹੈ, ਕੋਈ ਸੋਲਿਡ ਐਵੀਡੈਂਸ ਨਹੀਂ ਹੈ ਉਹਦੇ ਨਾਲ, ਕੋਈ ਸੋਲਿਡ ਪ੍ਰੂਫ ਨਹੀਂ ਹੈ, ਤਾਂ ਉਹਦੇ ਨਾਲ ਆਪਾਂ ਕਿਸੇ ਦੀ ਕਨਵਿਕਸ਼ਨ ਨਹੀਂ ਕਰ ਸਕਦੇ। ਸੋ ਅਨਕੋਰੋਬੋਰੇਟਡ ਟੈਸਟੀਮਨੀ ਅਕੰਪਲਿਸ ਦੀ ਕਦੇ ਵੀ ਕਨਵਿਕਸ਼ਨ ਦਾ ਕੱਲਾ ਬੇਸਿਸ ਨਹੀਂ ਬਣ ਸਕਦੀ, ਕਿਉਂਕਿ ਹੋ ਸਕਦਾ ਹੈ ਕਿ ਜਿਹੜਾ ਅਪਰਾਧ ਵਿੱਚ ਨਾਲ ਸਾਥੀ ਉਹ ਆਪਣੇ ਆਪ ਨੂੰ ਬਚਾਉਣ ਲਈ ਕੋਈ ਵੀ ਗੱਲ ਕਹਿ ਦੇਵੇ, ਕਿਸੇ ਨੂੰ ਵੀ ਫਸਾ ਦੇਵੇ। ਤੇ ਇਹ ਇੰਪੋਰਟੈਂਟ ਡਿਸੀਜਨ ਦਿੱਤਾ ਹੈ ਆਪਸ਼ਨ 2, ਸੋਮਾ ਸੁੰਦਰਮ @Somu versus State represented by Deputy Commissioner of Police case 2020 सुप्रीम कोर्ट। अगला क्वेश्चन, संविधानिक सभा कॉन्स्टिट्यूशनल असेंबली दी पहली बैठक, पहली मीटिंग कदों हुई? सो ये हुई 9 दिसंबर 1946, ऑप्शन 1। Which round table conference did Gandhi ji attended in London? So Gandhi ji ने दूजी round table conference attend की थी, option 1। Punjab is fringed by which of these range to the north, east and north? So Shivalik range है, option 1। Next one maths ਦੇ question start हो गए। So ਅੱਜ ਆਪਾਂ ਇਸ part 1 ਦੇ ਅੰਦਰ total 55 ਹੀ question ਦੇਖਣੇ ਨੇ। So 5 question ਦੇਖਾਂਗੇ ਆਪਾਂ maths ਦੇ। If two trains are moving in the same direction, ਜਿਹੜਾ ਕੱਲ ਮੈਂ ਤੁਹਾਨੂੰ ਕਰਵਾਇਆ ਸੀ ਪਾਰਟ 2, ਉਹਦੇ ਵਿੱਚ ਵੀ ਐਗਜ਼ੈਕਟਲੀ ਸੇਮ ਇਸੇ ਤਰ੍ਹਾਂ ਦਾ ਹੀ ਆਪਾਂ ਕੁਐਸਚਨ ਕੀਤਾ ਸੀ। ਉੱਥੇ ਟ੍ਰੇਨ ਸੀ ਜਿਹੜੀਆਂ ਆਪੋਜ਼ਿਟ ਡਾਇਰੈਕਸ਼ਨ 'ਚ ਜਾ ਰਹੀਆਂ ਸੀ, ਇਸੇ ਲਈ ਆਪਾਂ ਨੇ ਜਦੋਂ ਮੈਂ ਤੁਹਾਨੂੰ ਉੱਥੇ ਫਾਰਮੂਲਾ ਦੱਸਿਆ ਸੀ ਕਿ ਜਦੋਂ ਟਾਈਮ ਕੱਢਣਾ ਹੁੰਦਾ ਤਾਂ ਆਪਾਂ ਟੋਟਲ ਡਿਸਟੈਂਸ ਅਪੋਨ ਟੋਟਲ ਸਪੀਡ ਕਰ ਦਿੰਨੇ ਆ, ਇਹ ਸਿੱਧਾ ਜਿਹਾ ਫਾਰਮੂਲਾ ਲਗਾ ਦਿੰਨੇ ਆ। ਉੱਥੇ ਜਦੋਂ ਆਪੋਜ਼ਿਟ ਡਾਇਰੈਕਸ਼ਨ ਵਿੱਚ ਟ੍ਰੇਨਸ ਗਈਆਂ ਤਾਂ ਆਪਾਂ ਨੇ ਕੀ ਕੀਤੀ ਸੀ, ਪਲੱਸ ਸਪੀਡ। ਉਰੇ ਹੁਣ ਇਹਨਾਂ ਨੇ ਕਿਹਾ ਕਿ ਟ੍ਰੇਨ ਹੈ ਜਿਹੜੀ ਉਹ ਸੇਮ ਪੋਜੀਸ਼ਨ ਸੇਮ ਡਾਇਰੈਕਸ਼ਨ 'ਚ ਜਾ ਰਹੀਆਂ ਨੇ, ਸੋ ਉਰੇ ਆਪਾਂ ਜਿਹੜੀ ਸਪੀਡ ਹੈ ਉਹਨੂੰ ਮਾਈਨਸ ਕਰ ਦਾਂਗੇ। ਸੋ ਟੋਟਲ ਡਿਸਟੈਂਸ ਕਿੰਨਾ ਆ ਗਿਆ, ਲੈਂਥ ਕਿੰਨੀ ਹੈ ਟ੍ਰੇਨ ਦੀ 190, 190 ਡਿਵਾਈਡ ਬਾਈ 18 ਚੋਂ 12 ਮਾਈਨਸ ਕੀਤੇ 6। ਸੋ ਜਿਹੜਾ ਕੁਐਸਚਨ ਹੈ ਇਹਦੀ ਉਰੇ ਆਪਸ਼ਨਸ ਗਲਤ ਨੇ। ਸੋ ਜਿਹੜੇ ਤੁਹਾਨੂੰ ਉੱਥੇ ਕੁਐਸਚਨ ਦੇ ਵਿੱਚ ਆਪਸ਼ਨਸ ਆਈਆਂ ਸੀ, ਇਹ ਚਾਰਾਂ ਦੇ ਵਿੱਚੋਂ ਮੇਰੇ ਅਕੋਰਡਿੰਗ ਕੋਈ ਆਨਸਰ ਨਹੀਂ ਬਣ ਰਿਹਾ, ਕਿਉਂਕਿ ਇਹਦਾ ਆਨਸਰ ਆਣਾ ਚਾਹੀਦਾ ਹੈ 31.66 seconds। Next is 52nd question। Simply x ਦੀ ਵੈਲਿਊ ਕੱਢਣੀ ਹੈ। x plus 2 is equal to 4x minus 10। ਸੋ ਸਿੰਪਲੀ ਉਰੇ ਆਪਾਂ ਕੀ ਕਰਨਾ, x ਇੱਧਰ ਹੈ, 4x ਨੂੰ ਇੱਧਰ ਲਿਆਵਾਂਗੇ, ਪਲੱਸ ਸੀ ਉਰੇ ਜਾ ਕੇ ਮਾਈਨਸ ਬਣ ਗਿਆ, ਮਾਈਨਸ 10 ਇਸੇ ਤਰ੍ਹਾਂ ਇਹ 2 ਨੂੰ ਆਪਾਂ ਰਾਈਟ ਸਾਈਡ ਤੇ ਲਿਆਂਦਾ, ਪਲੱਸ ਸੀ ਇੱਧਰ ਜਾ ਕੇ ਮਾਈਨਸ ਬਣ ਗਿਆ, ਮਾਈਨਸ 3x is equal to ਮਾਈਨਸ 12, ਮਾਈਨਸ ਦੇ ਨਾਲ ਮਾਈਨਸ ਕੈਂਸਲ, 3 ਦੇ ਨਾਲ 4, x ਕਿੰਨਾ ਆ ਗਿਆ 4, ਆਪਸ਼ਨ 3। Next again simplification ਦਾ question ਹੈ। ਸੋ ਉਰੇ ਹੁਣ ਆਪਾਂ ਨੇ ਕੀ ਕਰਨਾ ਹੈ, 5.34 ਨੀਚੇ ਪਹਿਲਾਂ ਤੁਸੀਂ a ਨੂੰ ਸੋਲਵ ਕਰ ਲਓ, ਉਰੇ ਜਿਹੜੀ ਪੁਆਇੰਟ ਹੈ ਉਹਨੂੰ ਹਟਾ ਦਿਓ ਤੇ a ਨੂੰ ਪੁਆਇੰਟ ਨੂੰ ਆਪਸ ਚ ਮਲਟੀਪਲਾਈ ਕਰ ਦਿਓ। ਸੋ ਇਹ ਜਦੋਂ ਆਪਾਂ ਕਰਾਂਗੇ ਸੋਲਵ ਤਾਂ ਇਕੁਏਸ਼ਨ ਆ ਜਾਊਗੀ ਸਭ ਤੋਂ ਪਹਿਲੀ 5.3 ਡਿਵਾਈਡ ਬਾਈ 4 ਪਲੱਸ ਉਰੇ ਹੁਣ 3 into 0.6 ਹੈ, 6/10 ਕਰ ਲਿਆ, ਇਹ ਗਿਆ 3 ਤੇ 2 ਦੇ ਟੇਬਲ ਤੇ ਇਹ ਗਿਆ 5 ਤੇ, ਕਿੰਨਾ ਉਰੇ ਆ ਗਿਆ 9/5 ਡਿਵਾਈਡ। ਹੁਣ ਇਸ ਚੀਜ਼ ਨੂੰ ਵੀ ਸੋਲਵ ਕਰ ਲਓ, 2 + 1/5, ਇਹਨੂੰ ਸੋਲਵ ਕਰਾਂਗੇ ਐਲਸੀਐਮ ਲੈ ਕੇ ਕਿੰਨਾ ਆ ਜਾਊਗਾ 11/5, 5 ਦੇ ਨਾਲ 5 ਕੈਂਸਲ। ਉਸ ਤੋਂ ਬਾਅਦ ਇਹ ਤਾਂ ਹੋ ਗਈ ਇੱਕ ਸਾਈਡ ਦੀ ਆਪਣੇ ਕੋਲ ਇਕੁਏਸ਼ਨ। ਜਿਹੜੀ ਰਾਈਟ ਸਾਈਡ ਦੀ ਇਕੁਏਸ਼ਨ ਹੈ 5 ਨੂੰ 2.5 ਨਾਲ ਉਰੇ ਆਪਾਂ ਨੇ ਮਲਟੀਪਲਾਈ ਕਰ ਲਿਆ, ਕਿੰਨਾ ਆ ਗਿਆ 12.5, 9 ਨੂੰ ਆਪਾਂ ਨੇ ਇਹਦੇ ਨਾਲ ਕੀਤਾ
2 गुणा 8/10 कितना आ गया है सॉल्व करके 8/5। सो 8/5 ऊपर आ गया, नीचे क्या आ गया उरे इनू सॉल्व करांगे ਆਪਾਂ 3 - 1/5 ਤੇ ਆ ਜਾਊਗਾ एलसीएम लेके उरे 15 - 1 14/5। सो 5 ਨਾਲ 5 कैंसिल, ए गया 2 4 ए गया 7। सो ਹੁਣ ਉਰੇ ਆਪਣੇ ਕੋਲ ਜਿਹੜੀ ਇਕੁਏਸ਼ਨ ਰਹਿ ਗਈ ਹੋਗੀ 5.3/4 plus 9/11 divide by 12.5/9 minus 4/7। ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ, ਇਸ ਚੀਜ਼ ਨੂੰ ਸੋਲਵ ਕਰਾਂਗੇ ਐਲਸੀਐਮ ਲੈ ਕੇ ਸਿੰਪਲੀ, ਤੇ ਇਹਦਾ ਪੁਆਇੰਟ ਹਟਾ ਕੇ ਆਪਾਂ ਨੀਚੇ 10 ਲੈ ਆਵਾਂਗੇ। ਜਦੋਂ ਇਹ ਦੋਨੋਂ ਇਕੁਏਸ਼ਨਸ ਨੂੰ ਆਪਾਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਸੋਲਵ ਕਰਕੇ ਉਰੇ ਆ ਜਾਊਗਾ 53/53 ਗੁਣਾ 11/10 ਡਿਵਾਈਡ ਬਾਈ 125 into 7। ਹੁਣ ਸਿੰਪਲੀ ਜਦੋਂ ਆਪਾਂ ਇਸ ਸਾਰੀਆਂ ਚੀਜ਼ਾਂ ਨੂੰ ਆਪਸ ਦੇ ਵਿੱਚ ਸੋਲਵ ਕਰਾਂਗੇ, ਇਹਨੂੰ 5 ਦੇ ਟੇਬਲ ਤੇ ਕੱਟ ਦਾਂਗੇ ਤਾਂ ਇਹ ਆਪਣੇ ਕੋਲ ਫਾਈਨਲ ਆਨਸਰ ਆ ਜਾਊਗਾ 649/875। ਮੇਨਲੀ ਉਰੇ ਤੁਸੀਂ ਇੱਕ ਚੀਜ਼ ਧਿਆਨ ਰੱਖਣੀ ਹੈ, ਜੇ ਤੁਸੀਂ ਉਰੇ ਸਿੱਧਾ ਇਹਨਾਂ ਨੂੰ ਪੁਆਇੰਟਾਂ ਦੇ ਵਿੱਚ ਮਲਟੀਪਲਾਈ ਕਰਨਾ ਸ਼ੁਰੂ ਕਰਤਾ ਬਿਨਾਂ ਫ੍ਰੈਕਸ਼ਨ ਕਰੇ ਤਾਂ ਉੱਥੇ ਕੈਲਕੂਲੇਸ਼ਨ ਕੰਪਲਿਕੇਟਡ ਹੋ ਰਹੀ ਹੈ ਐਂਡ ਤੇ ਆ ਕੇ। ਸੋ ਉਰੇ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਨੀਚੇ ਉਰੇ ਫ੍ਰੈਕਸ਼ਨਸ ਨੇ ਤਾਂ ਪਹਿਲਾਂ ਇਹਨਾਂ ਨੂੰ ਤੁਸੀਂ फ्रैक्शन बना लो। यही मेन ट्रिक का इस क्वेश्चन ਨੂੰ ਈਜ਼ੀ ਸੋਲਵ ਕਰਨ ਦੀ। ਸੋ ਰਾਈਟ ਆਨਸਰ ਇਜ਼ ਆਪਸ਼ਨ 4। 54th क्वेश्चन, ਇਹ ਤਾਂ ਆਪਾਂ ਨੂੰ ਸਿੱਧਾ ਹੀ ਆਪਸ਼ਨਸ ਦੇਖਣ ਤੋਂ ਪਤਾ ਚੱਲ ਰਿਹਾ ਹੈ ਕਿ ਇਹਨੂੰ ਮਲਟੀਪਲਾਈ ਕਰਾਂਗੇ 1/20 ਆ ਗਿਆ, ਉਰੇ 3 13 ਬਣ ਗਿਆ। ਸੋ ਉਰੇ ਹੁਣ ਆ ਜਿਹੜੀ ਚੌਥੀ ਆਪਸ਼ਨ ਹੈ ਇਹ ਬਿਲਕੁਲ ਕਰੈਕਟ ਹੈ। 1/5 ਜੇ ਡਿਵਾਈਡ ਵਿੱਚ ਹੁੰਦਾ ਤਾਂ ਆਪਾਂ ਇਹਨੂੰ ਉਲਟਾ ਕਰ ਸਕਦੇ ਹੁੰਨੇ ਆ। ਸੋ ਇਹ ਕਿੰਨਾ ਆ ਗਿਆ 5 ਤੇ ਇਹੀ ਆਪਾਂ ਨੂੰ ਚਾਹੀਦਾ ਕਿ ਕਿਹੜਾ ਇਹਨਾਂ ਚਾਰਾਂ ਚੋਂ ਸੋਲਵ ਹੋ ਕੇ 5 ਦੇ ਬਰਾਬਰ ਹੋਊਗਾ। ਸੋ ਆਪਸ਼ਨ ਇਜ਼ 4। ਲਾਸਟ ਕੁਐਸਚਨ 55th, ਉਰੇ ਸਿੰਪਲੀ x ਦੀ ਵੈਲਿਊ ਆਪਾਂ ਨੂੰ ਪੁੱਛੀ ਹੋਈ ਹੈ। ਸੋ ਇਹ ਆਪਣੇ ਕੋਲ ਹੈ ਇਕੁਏਸ਼ਨ 144 ਦਾ ਸਕੁਆਇਰ 144 ਗੁਣਾ 144 ਡਿਵਾਈਡ 48 ਆਪਾਂ ਇਹਨੂੰ ਨੀਚੇ ਲਿਖ ਸਕਦੇ ਹਾਂ ਮਲਟੀਪਲਾਈ 16 ਡਿਵਾਈਡ ਬਾਈ 72 ਇਜ਼ ਇਕੁਅਲ ਟੂ 8x। ਸੋ ਇਹ ਬਣ ਗਈ ਇਕੁਏਸ਼ਨ 48 3s are 144 ਤੇ ਜਿਹੜਾ ਉਰੇ 72 ਹੈ ਹੁਣ ਆਪਾਂ ਅਗਲੇ ਸਟੈਪ ਤੇ ਇਹਨੂੰ ਨੀਚੇ ਲਿਖ ਦਾਂਗੇ is equal to 8x। ਸੋ ਹੁਣ ਜੇ ਆਪਾਂ 8 ਨੂੰ ਇੱਧਰ ਲਿਆਵਾਂਗੇ ਨੀਚੇ ਤਾਂ ਆਪਣੇ ਕੋਲ ਸਿੰਪਲੀ ਸਾਰਾ ਕੱਟ ਕਰਨ ਤੋਂ ਬਾਅਦ ਵੈਲਿਊ ਆ ਜਾਊਗੀ 12x ਦੀ। ਆਪਸ਼ਨ 4 is the right answer। ਸੋ ਇਹ ਸੀ ਅੱਜ ਦਾ ਆਪਣਾ ਪਾਰਟ 3। I hope you like this series। Keep supporting Victor's Knowledge. Do subscribe to my channel if you are new to my channel and visiting it for the first time. Share it with your friends and family. Thank you and good luck.